वाहिगुरु नाम जहाज है, चढ़े सब उतरे पार। जो शरदा कर सेम दे, गुरु परम तारण हार। वाहिगुरु नाम जहाज है, चढ़े सब उतरे पार। जो शरदा कर सेम दे, गुरु परम तारण हार। वाहिगुरु। वाहिगुरु जी का खालसा, वाहिगुरु जी की फतेह। धन है गरीब नवाज सच्ची पातशाह। एक ओंकार सतनाम, करता पुरख निरभौ नरवैर। अकाल मूरत आजुनी सैभं गुर प्रसाद। जप आद सच जगाद सच, है पी सच। नानक होसी पी सच, सोचै सोच न होवी। जे सोची लखवार, चुपै चुप न होवी। जे लाई रहा लिवतार, भुखिया भुख न उतरी। जे बन्ना पुरियां भार, सह सियानपां लख होवै। तां इक न चले नाल, किव सचारा होई है। कव कूड़े टुटे पाल, हुक्म रजाई चलना। नानक लिखिया नाल, तेरा कीता जातो नाही। मैनो जोगिक तोई, मैं निर्गुण आरे को गुण नाही। आपे तरस प्योई, तरस पिया मैं राम तोई। सतगुर सज्जन मिलिया, नानक नाम मिले तां जीवा। तन मन थीवे हरिया, गुर सत गुर काजू सिख अकाई। सो भलके उठ हर नाम ध्यावै, उदम करे भलके परवाती। इस्नान करे अमृत सर नावै, उपदेश गुरु हर हर जप जापे। सब किल विख पाप दुख लै जावै, फिर चढ़े दिवस गुरबाणी गावै। बहदियाँ उठदियाँ हर नाम ध्यावै। जो सास गुरास त्याई हर हर, सो गुर सिख गुरु मन भावै। जिसनों दयाल होवै मेरा समामी, तिस गुर सिख गुरु उपदेश सुनावै। जन नानक तोड़ मंगे तिस गुर सिख की। जो आप जपै अवरै नाम जपावै। ददै दोष न देऊ किसै, दोष कर्मा अपनिया। जो मैं किया सो मैं पाया, दोष न दीजै अवर जना। जिनी नाम ते आया, गए मशक्कत काल। नानक ते मुख उजलै, केती छुट्टी नाल। जिनी नाम ते आया, गए मशक्कत काल।
ਨਾਨਕ ਤੇ ਮੁਖੇ ਉਜਲੈ ਕੀਤੀ ਛੁੱਟੀ ਨਾਲ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਿਰਪਾ ਕਰਨ ਕਿ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਜਾਈਏ। ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਇਸ ਰਹਿੰਦੀ ਦੁਨੀਆ 'ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਾਰੋਬਾਰ, ਕਾਰ ਵਿਹਾਰ, ਕਰਮ ਕਰਵਾਉਣ ਜੋ ਕਿ ਪਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਇਹ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ ਜੁੜ ਕੇ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਆਸਾ ਦੀ ਵਾਰ ਦੀ ਗੁਰਬਾਣੀ ਦੀ ਲਗਾਤਾਰ ਵਿਚਾਰ ਚੱਲਦੀ ਆ ਰਹੀ ਹੈ, ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਉਹਨਾਂ ਦੀ ਰਚਨਾ ਵਿੱਚ ਉਚਾਰਨ ਕੀਤੀ ਗਈ ਗੁਰਬਾਣੀ ਹੈ। ਆਓ ਗੁਰਮਰਜ਼ਾਦਾ ਦੇ ਅਨੁਸਾਰ ਗੁਰਬਾਣੀ ਪਾਠ ਪੜ੍ਹ ਲਈਏ, ਤਾਂ ਕਿ ਗੁਰੂ ਦੇ ਸ਼ਬਦ ਦੀ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ, ਸਾਡੀ ਸਮਝ ਵਿੱਚ ਪੈ ਜਾਵੇ ਗੁਰੂ ਦਾ ਸ਼ਬਦ। ਆਓ ਗੁਰਮੁਖ ਪਿਆਰੋ ਗੁਰਬਾਣੀ ਨਾਲ ਜੁੜੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਹਲਾ ਪਹਿਲਾ। ਜਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ। ਝੂਠੋ ਝੂਠਾ ਮੁਖ ਵਸੇ ਨਿਤ ਨਿਤ ਹੋਏ ਕਵਾਰ। ਜਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ। ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਕਵਾਰ। ਸੁੱਚੇ ਇਹ ਨਾ ਆਖੀਐ ਬੈਣ ਜੈ ਪਿੰਡਾ ਧੋਏ। ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਇਹ ਨਾ ਆਖੀਐ ਬੈਣ ਜੈ ਪਿੰਡਾ ਧੋਏ। ਸੁੱਚਾ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ, ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਵਿੱਚੋਂ ਉਚਾਰਨ ਕੀਤੀ ਗਈ ਹੈ। ਇਸ ਗੁਰਬਾਣੀ ਦਾ ਜੋ ਕਿ ਆਪਾਂ ਲਗਾਤਾਰ ਮਨੁੱਖ ਦੇ ਖੰਡਣ ਵਾਸਤੇ ਪੜ੍ਹਦੇ ਹਾਂ ਅਤੇ ਸੁਣਦੇ ਹਾਂ। ਗੁਰਬਾਣੀ ਦਾ ਆਪਾਂ ਪਾਠ ਪੜ੍ਹਿਆ ਔਰ ਸਾਰਿਆਂ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਪਰਮਾਤਮਾ ਨੇ ਸਿਸਟਮ ਬਣਾਇਆ ਨਾ, ਉਸ ਸਿਸਟਮ ਦੇ ਉੱਤੇ ਅਸੀਂ ਕਿੰਤੂ ਪਰੰਤੂ ਕਰਦੇ ਹਾਂ, ਜਿਹਦੇ ਕਾਰਨ ਕਰਕੇ ਆਪਾਂ ਕਹਿੰਦੇ ਵੀ ਆਹ ਚੀਜ਼ ਸੁੱਚੀ ਹੈ, ਆਹ ਝੂਠੀ ਹੈ, ਆਹ ਚੰਗਾ ਹੈ, ਆਹ ਮਾੜਾ ਹੈ। ਬਾਬੇ ਨਾਨਕ ਨੇ ਅੱਜ ਦੇ ਸ਼ਬਦ ਵਿੱਚ ਸਾਨੂੰ ਕੀ ਸਮਝਾਉਣਾ ਕੀਤਾ ਹੈ?
आओ गुरमुख प्यारिओ, गुरु परमात्मा परमेश्वर दी गुरबाणी दे नाल जुड़िए। सतगुरु सच्चे पातशाह साडे ते किरपा कर देन। गुरु परमात्मा परमेश्वर दी गुरबाणी सानू समझ लग जावे, साडी समझ विच पै जावे, साडा जीवन सोहना बन जावे। गुरु साहब जी ने अज दा जिहड़ा शब्द है, ये जो परमात्मा ने सब जीवां नूं पैदा करके ते गां सृष्टि का निजम जिहड़ा है भी अगे सृष्टि चलती रहे, सृष्टि के उत्ते जीव अगे चलते रहन। चार तरह का परमात्मा ने सिस्टम बनाया है, उनके बारे अज गुरु साहब जी सानू की समझाउणा करते हैं, जिस विच आपां मनुख भी आउणे। बच्चे संसार दे उत्ते परमात्मा पैदा करदा है ते परमात्मा की सृष्टि के मुताबिक ही बंदा इस दुनिया तो चले जाता है। गुरु साहब जी ने अज का जिहड़ा शब्द कहा है ना, वो सानू थोड़ा जिहा समझण वास्ते मन नूं ना करड़ा करना पैना है, क्योंकि गुरु साहब जी ने हर विषय ते हर तरह की गल कीती है कि जिवें आपां कल सराधां दी गुरु साहब जी ने कहा भी क्यों करते हैं, कित्थे मिलते ने, किन्नू मिलते ने, ये सारा कुछ परमात्मा का सिस्टम है, एक बंदे का निजम बनाया। हुण एक अज का जिहड़ा शब्द है ना, ये पढ़ के पता लगता है, क्योंकि गुरमुख प्यारो सानू ना कई गुरमुख प्यारे कह दिंदे ने कि ये काम विच गुरबाणी दे आउंदा है, गुरबाणी पढ़ीए तो फिर पता लगता है, एवें नहीं पता लगता। वैसे गुरबाणी कहती भी जे बंदे ने ज्ञान लेना ना परमात्मा का, तो शर्म का घराओ नहीं करना चाहिए। भी सानू शर्म आउंदी है, गुरबाणी दे विच भी आ कुछ लिखिया है, जो सिस्टम परमात्मा ने बनाया जिन्हों असीं नकारदे हैं, उनके बारे परमात्मा की बाणी ने लिखिया है सानू समझाउण वास्ते। पर सानू शर्म महसूस होंदी है कि भाई गुरबाणी च इस तरह लिखे है। गुरबाणी च गुरु साहब ने साडी मैल पट्टण वास्ते, सानू ज्ञान देण वास्ते भी परमात्मा के सिस्टम नूं बंदिया समझ जा। परमात्मा का सिस्टम जिहड़ा बनाया है ना परमात्मा ने, उनके बारे समझा। आओ गुरमुख प्यारो, अज दे शब्द दे नाल असीं समझिए ते साडा जीवन सोहना बन जावे, सानू समझ लग जावे। क्योंकि अज तो नहीं, ये तो बाबे नानक ने आन के हलूणा मारिया। इस्त्री नूं ना जानी कि सतयुग की तो गल आपां कर नहीं सकते, सतयुग के प्रवान बहुत घट मिलते हैं। सतयुग दे विच ते सच सी, सतयुग दे विच ते सच सी, त्रेता ते दवापर ते कलयुग दे विच इस्त्री नूं फटकारां मारियां, इस्त्री नूं फटकारां मारियां भी इस्त्री कोई चीज़ नहीं। किसी ने पैर की जुत्ती कहा, किसी ने कहा भी इनकी मत खुती के पिछे होंदी ने। अज जिहड़ा इस्त्री का मुल पैण लग पिया है, क्योंकि बराबरता पढ़ाई लिखाई हो गई और पढ़न लिखण दे विच कामयाब है। जदों भी किते गल करिए, किसी भी स्थान के उत्ते जाके गल करिए, कहंदे भाई लड़के जानी कि मुंडे नहीं पढ़ते, लड़कियां ते जिहड़ियां बच्चियां ने ये पढ़दियां ने, पढ़ाई करदियां ने, और माता पिता की भी सेवा लड़कियां ही करदियां ने, बाकी कोई नहीं करता। आपां देखते ना रोजाना आपां दुनिया ते देखी जाने हैं कि किसी दे 7 पुत्तर, किसी दे 5 पुत्तर, किसी दा कल्ला पुत्तर भी जिन्हें घर याड़ दिता, वो माँ प्यो कहता इदों ते जमदा ही ना, धी एक होर जम पैंदी। आपां देखते ना समाज दे विच, समाज दे विच आपां सारा कुछ देखते हैं ना। कई गुरमुख प्यारे कहन लग पैंदे ने, क्योंकि अज जिहड़ा शब्द आया ना इस्त्री दा आया, ते गुरु नानक ने बड़ा उच्चा रतवा दिता है। सो क्यों मंदा आखिए जित जमै रजान, भी इनू मंदा क्यों आखते हैं, जिन्हें तो बड़े बड़े वड्डे वड्डे राजियां नूं जन्म दिते ने।
साडे गुरु साहिबानां नूं भी इस्त्री ने जन्म दिता है। तो अज इस करके गल करते हैं, कई बंदे कहते धीआं धीआं ही हुंदियां, पुत्तर पुत्तर ही हुंदे। चलो पुत्तर नूं हर कोई ईमान इशनान कहता है भी बड़ा निशान है, पर जो धीआं है वो सृष्टि चलाउण वाले ने धीआं भी पैदा करनियां ने, पुत्तर भी पैदा करने, वो सारा कुछ सिस्टम है। अज धीआं दा मुੱਲ पैंदा है ना, भी पढ़दियां लिखदियां ने, आईलैट्स, उन्हां दे विआह ते पैसा लाउण दी लोड़ नहीं पैंदी, पैसा लाउण दी लोड़ नहीं पैंदी, क्योंकि अगले घर वाले कंडक्ट हो जाता भी साडा भी बच्चा बाहर चले जाएगा, कमाई का साधन बन जाएगा। चलो कई मुंडे भी जाते ने, बच्चे भी जाते ने, बच्चियां ज़्यादा पढ़ के लिख के जांदियां ने। ते गुरमुख प्यारिओ, अज दा जिहड़ा शब्द है वो इस्त्री दे उत्ते है निर्भर, क्योंकि बाबा नानक कहंदा भी क्यों उन्होंने मंदा कहने। गुरु साहब जी ने कहा, ज्यों जोरू सिरनावणी वारो वार। जोरू कहते ज्यों जोरू, गुरु साहब जी कहते भी इस्त्री, जोरू का मतलब इस्त्री, सिरनावणी का मतलब है नहाउणी, तो इनका आखिरी अर्थ है जो मंथली महावारी खून आता है पेट दे विचों, ये परमात्मा का सिस्टम बनाया है, जिंदे कारण करके आपां सारे गुरबाणी कहती नहीं, गुरबाणी कहती इस्त्री नहीं, इस्त्री अपवित्र नहीं है, असी अपवित्र है। इस्त्री नहीं अपवित्र, असी पवित्र है। गुरु साहब जी कहते भी ये सिस्टम परमात्मा ने बनाया महावारी का। गुरु साहब जी कहते ने, ज्यों जोरू सिरनावणी आवे वारो वार। गुरु साहब जी कहते चलो आपां जिहड़ा सिस्टम परमात्मा की गुरबाणी दे विच प्रोफैसर साहब सिंह जी ने लिखिया उन्होंने थोड़ा स्कोच कर लैने हैं। प्रोफैसर साहब जी कहते ने कि जिवें इस्त्री नूं सदा महावारी का सिस्टम आउंदा है, ये अपवित्रता सदा उसके अंदरों ही पैदा हो जाती है, तो ये परमात्मा का सिस्टम है, उन्होंने पता है। बाकी अपने शरीर च गुरु साहब जी कहते ब्लड नहीं चलता, अपने शरीर दे विच ब्लड नहीं हुंदा। जदों असीं गुरु साहब दे कोल बैठे हैं, कहते साडे शरीर च मिज हुंदी है, जदों फट लग जाता तो बाहर निकलती है ना। आपां इस्त्री नूं इस करके अपवित्र समझते हैं भी ये जदों सिस्टम हुंदा है तो कहते भी ना तू गुरुद्वारे आ, आपां कह क्योंकि आपां नूं ज्ञान नहीं, गुरबाणी तां कहंदी भी वो पवित्र किवें हो सकती है। असीं कहने हैं भी ज्ञान नहीं हुंदा, आ चीज़ नूं हत्थ नहीं लाउणा, आ नहीं करना, इंज नहीं करना, ओ नहीं करना। गुरबाणी ने खोल के दस दिता है कि बंदिया ओ पवित्र है, तू अपवित्र है, ओ सच्ची है, तू झूठा है। गुरु साहब जी ने समझाउणा कीता है। बाबे नानक की गुरबाणी, गुरु ग्रंथ साहिब महाराज की गुरबाणी की आपां विचार कर रहे हैं, तो गुरमुख प्यारो गुरु साहब जी कहते ज्यों जोरू सिरनावणी आवे वारो वार। इस करके बंदा इस्त्री नूं कहंदा कि अपवित्र है। ये बंदे का सिस्टम बनाया, पुजारी का बनाया है। जिवें मुसलमान जिहड़ी मत है उन्हां दे शरीयत विच लिखिया है कि जिहड़ी इस्त्री है वो नमाज पढ़न नहीं आ सकती, वो नमाज पढ़न नहीं आ सकती जुम्मे, वो जानी कि मसीत दे विच मस्जिद दे विच नमाज पढ़न नहीं आ सकती, बंदियां नहीं आउणा है। ते गुरु नानक देव महाराज ने इसे करके सानू 10वें पातशाह ने कहा भी कुरान पुराण कहे मत एक ना मानियो। उन्हां दी मत मैं नहीं मनदा भी कुरान पुराण जो कुछ मर्जी कही जाए, उन्हां दी असीं मत नहीं मनदे। ते बाबे नानक ने देखो 10वें जामे दे विच गुरु गोबिंद सिंह महाराज ने बराबर दा बना दिता भी जे बंदा अमृत छक सकता है, इस्त्री भी छकेगी। जे पुरुष सारे ककार पहन सकता है, इस्त्री भी समझेगी। आ पिछे जे विवाद चलिया सी कि श्री दरबार साहिब भी इस्त्री कीर्तन क्यों नहीं कर सकती, वो किते लिखिया है? बाबे नानक ने गुरबाणी च किते नहीं लिखिया, जां गुरु गोबिंद सिंह महाराज ने नहीं कहा। गुरु गोबिंद सिंह महाराज ने तो देखो माता साहिब कौर नूं खालसे दी माता बनाया है।
ਮਾਤਾ ਖਾਲਸੇ ਦੀ ਮਾਤਾ ਬਣਾਇਆ ਹੈ। ਉਹ ਵੀ ਅੰਮ੍ਰਿਤ ਛਕ ਸਕਦੀ, ਕੇਸ ਰੱਖ ਸਕਦੀ, ਬਾਣੀ ਪੜ੍ਹ ਸਕਦੀ ਹੈ, ਗੁਰਦੁਆਰੇ ਆ ਸਕਦੀ ਹੈ। ਇਹ ਪ੍ਰੋਸੈਸ ਕਿਹਨੇ ਦਿੱਤਾ? ਸਿੱਖੀ ਨੇ ਦਿੱਤਾ। ਇਹ ਗੁਰੂ ਨਾਨਕ ਦੀ ਸਿੱਖੀ ਨੇ ਦਿੱਤਾ ਹੈ। ਇਸਤਰੀ ਨੂੰ ਐਡਾ ਵੱਡਾ ਰੁਤਬਾ ਦਿੱਤਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਰਾਬਰ ਦੇ ਸਾਰਾ ਕੁਝ ਕਕਾਰ ਆਪਣੇ ਆਪ ਨੂੰ ਪਹਿਨ ਸਕਦੇ ਨੇ, ਆਪਣੇ ਆਪ ਨੂੰ ਬਾਣੀ ਪੜ੍ਹ ਸਕਦੇ ਨੇ, ਆਪਣੇ ਆਪ ਨੂੰ ਕੀਰਤਨ ਕਰ ਸਕਦੇ ਨੇ, ਕੋਈ ਰੁਕਾਵਟ ਨਹੀਂ ਹੈ। ਤੇ ਇੱਥੇ ਪਿੱਛੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਵਾਲ ਚੁੱਕੇ ਸੀ, ਉਹ ਕਹਿੰਦੇ ਵੀ ਬੀਬੀਆਂ ਕਰਨ, ਪਰ ਜਿਹੜੀ ਇੰਟਰਵਿਊ ਹੁੰਦੀ ਹੈ ਉਹ ਇਸ ਇੰਟਰਵਿਊ 'ਚੋਂ ਪਾਸ ਹੋਣ। ਰਾਗਾਂ ਦੇ ਆਧਾਰਿਤ ਗੁਰਬਾਣੀ ਗਾਇਨ ਕੀਤੀ ਜਾਂਦੀ, ਉਹ ਰਾਗਾਂ ਦੇ ਆਧਾਰਿਤ ਇੰਟਰੋਡਕਸ਼ਨ ਦੇਣ ਤੇ ਉਹ ਵੀ ਬੀਬੀਆਂ ਵੀ ਕਰ ਸਕਦੀਆਂ ਨੇ। ਦਰਬਾਰ ਸਾਹਿਬ ਉਹਨਾਂ ਨੇ ਕਿਹਾ ਬੀਬੀਆਂ ਦਾ ਇਹ ਰੋਕ ਨਹੀਂ ਹੈ ਵੀ ਦਰਬਾਰ ਸਾਹਿਬ ਕਿਤੇ ਵੀ ਬੀਬੀਆਂ ਵੀ ਕੀਰਤਨ ਕਰ ਸਕਦੀਆਂ, ਸਾਰਾ ਕੁਝ ਕਰ ਸਕਦੀਆਂ। ਸਿਰਫ ਤੇ ਸਿਰਫ ਇਹ ਬੰਦੇ ਦੀ ਸੋਚ ਹੈ। ਬੰਦੇ ਨੇ, ਪੁਜਾਰੀਵਾਦ ਨੇ ਕਹਿ ਦਿੱਤਾ ਵੀ ਇਹ ਕੰਮ ਹੋਣ ਕਰਕੇ ਇਸਤਰੀ ਅਪਵਿੱਤਰ ਹੈ, ਇਸਤਰੀ ਜਾਣੀ ਕਿ ਪਵਿੱਤਰ ਨਹੀਂ ਹੈ। ਤੇ ਬਾਬੇ ਨਾਨਕ ਨੇ ਸਮਝਾਉਣਾ ਕੀ ਕੀਤਾ ਹੈ, ਕਹਿੰਦੇ ਵੀ ਸਾਰਾ ਕੁਝ ਖੂਨ ਸਾਡੇ ਅੰਦਰ ਵੀ ਚੱਲਦਾ ਹੈ, ਸਾਡੇ ਅੰਦਰ ਵੀ ਖੂਨ ਚੱਲਦਾ ਹੈ, ਸਾਰਾ ਕੁਝ ਹੁੰਦਾ ਹੈ। ਇਸਤਰੀ ਦੇ ਅੰਦਰ ਵੀ ਉਸ ਤਰ੍ਹਾਂ ਦਾ ਸਿਸਟਮ, ਸਾਰਾ ਕੁਝ ਪ੍ਰਮਾਤਮਾ ਨੇ ਆਪਣੀ ਸ੍ਰਿਸ਼ਟੀ ਦੇ ਨਿਯਮਾਂ ਨੂੰ ਦਰੁਸਤ ਕਰਨ ਵਾਸਤੇ ਸਾਰਾ ਕੁਝ ਉਹਨੇ ਇਹ ਬਣਾਇਆ ਹੈ। ਤੇ ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਕਿਹਾ ਕਿ ਜਿਉਂ ਜੋ ਰੂ ਸਿਰਨਾਵਣੀ ਆਵੈ ਵਾਰੋ ਵਾਰ, ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖਵਾਰ। ਬਾਬਾ ਨਾਨਕ ਕਹਿੰਦਾ ਉਹ ਪਵਿੱਤਰਤਾ ਸਦਾ ਉਸਦੇ ਅੰਦਰ ਹੀ ਪੈਦਾ ਹੋ ਜਾਂਦੀ ਹੈ। ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਹੀ ਵਸਦੀ ਹੈ। ਮਨੁੱਖ ਦੇ ਅੰਦਰ ਝੂਠ ਹੀ ਵਸਦੀ ਹੈ। ਵੀ ਜਿਹੜਾ ਝੂਠਾ ਹੈ, ਗੁਰਬਾਣੀ ਦਾ ਆਉਂਦਾ ਨਾ ਇੱਕ ਸ਼ਬਦ, ਮਨ ਸਾਚਾ ਮੁਖ ਸਾਚਾ ਸੋਏ। ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਲੱਛਣ ਕਿਹਦੇ 'ਚ ਹੁੰਦੇ ਆ? ਜਿਹਨੂੰ ਬ੍ਰਹਮ ਦਾ ਗਿਆਨ ਹੋਵੇ। ਜਿੰਦਾ ਮਨ ਸੱਚਾ ਹੈ ਨਾ, ਮੁਖ ਉਹਦਾ ਸੱਚਾ ਹੈ। ਗੁਰਬਾਣੀ ਕਹਿੰਦੀ ਉਹਦਾ ਮੁਖ ਸੱਚਾ ਹੈ। ਜਿਹਦਾ ਮਨ ਹੀ ਝੂਠਾ ਹੈ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਸਾਫ ਸਫਾਈਆ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ, ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖਵਾਰ। ਇੱਕ ਬੰਨੇ ਤੂੰ ਇਸਤਰੀ ਨੂੰ ਝੂਠਾ ਕਹੀ ਜਾਂਦਾ ਵੀ ਉਹ ਪਵਿੱਤਰ ਹੈ, ਵੀ ਜਿਹੜੀ ਇਸਤਰੀ ਆ ਉਹ ਪਵਿੱਤਰ ਹੈ। ਗੁਰੂ ਸਾਹਿਬ ਜੀ ਕਹਿੰਦੇ ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਹੀ ਵਸਦੀ ਹੈ। ਇਸ ਕਰਕੇ ਉਹ ਸਦਾ ਦੁਖੀ ਹੀ ਰਹਿੰਦਾ ਹੈ, ਵੀ ਉਹਨੂੰ 24 ਘੰਟੇ ਭੁੱਖ ਲੱਗੀ ਰਹਿੰਦੀ ਹੈ ਕਿਸੇ ਵਾਸ਼ਨਾ ਦੀ। ਉਹਦਾ ਮੂੰਹ ਝੂਠਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇਸਤਰੀ ਨੂੰ ਅਸੀਂ ਅਪਵਿੱਤਰ ਕਹੀ ਜਾਂਦੇ ਹਾਂ ਤੇ ਆਪਣੇ ਆਪ ਨੂੰ ਅਸੀਂ ਸੁੱਚੇ ਕਹਿੰਦੇ ਹਾਂ। ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਤੇਰਾ ਮੂੰਹ ਝੂਠਾ ਹੈ, ਵੀ 24 ਘੰਟੇ ਤੇਰੇ ਮੂੰਹ ਦੇ ਵਿੱਚ ਮੰਗ ਹੈ ਵੀ ਮੈਂ ਆਹ ਵੀ ਚੀਜ਼ ਰੱਖ ਲਾਂ, ਮੈਂ ਆਹ ਵੀ ਕਰ ਲਾਂ, ਮੈਂ ਆਹ ਵੀ ਖਾ ਲਾਂ, ਆਹ ਵੀ ਵਾਸ਼ਨਾ ਆਪਣੀ ਪੂਰੀ ਕਰ ਲਾਂ, ਗੁਰੂ ਸਾਹਿਬ ਜੀ ਕਹਿੰਦੇ ਤੂੰ ਉਹਦੇ ਨਾਲੋਂ ਵੀ ਪਵਿੱਤਰ ਹੈ। ਗੁਰੂ ਸਾਹਿਬ ਜੀ ਨੇ ਕਿਹਾ ਇਹ ਮੂੰਹ ਵੀ ਝੂਠਾ ਹੈ, ਇਹ ਮੂੰਹ ਵੀ ਝੂਠਾ ਹੈ। ਜੇ ਤੇਰਾ ਮਨ ਅੰਦਰੋਂ ਬਿਲਕੁਲ ਖਰਾਬ ਹੈ, ਵੀ 24 ਘੰਟੇ ਤੇਰੇ ਮਨ ਦੇ ਵਿੱਚ ਮੰਗ ਹੈ, ਗੁਰੂ ਸਾਹਿਬ ਨੇ ਕਿਹਾ ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖਵਾਰ। ਅਸੀਂ ਭਾਵੇਂ 15 ਵਾਰੀ ਇਸ਼ਨਾਨ ਕਰਕੇ ਗੁਰਦੁਆਰੇ ਸਾਹਿਬ ਆ ਜਾਈਏ, ਗੁਰੂ ਸਾਹਿਬ ਜੀ ਕਹਿੰਦੇ ਮਨਜ਼ੂਰ ਨਹੀਂ ਹੈ। ਜੇ ਤੇਰਾ ਮੂੰਹ ਹੀ ਝੂਠਾ ਹੈ, ਜੇ ਤੇਰਾ ਮੂੰਹ ਹੀ ਝੂਠਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਤੂੰ ਜਿੰਨਾ ਮਰਜ਼ੀ ਆਪਣੇ ਆਪ ਨੂੰ ਬਾਹਰਲੇ ਬੰਨੋਂ ਸਾਫ ਕੱਪੜੇ, ਸੋਹਣੇ ਕੱਪੜੇ ਪਾ ਲਈ, ਤੇਰਾ ਇਹ ਸਾਫ ਸਫਾਈਆ ਕਿਤੇ ਵੀ ਫਿੱਟ ਨਹੀਂ ਹੈ। ਬਾਬੇ ਨਾਨਕ ਨੂੰ ਚੰਗਾ ਨਹੀਂ ਲੱਗਦਾ, ਅਕਾਲ ਪੁਰਖ ਨੂੰ ਚੰਗਾ ਨਹੀਂ ਲੱਗਦਾ ਜੇ ਤੇਰਾ ਮੁਖ ਝੂਠਾ ਹੈ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਸੁੱਚੇ ਇਹ ਨਾ ਆਖੀਐ ਬਹਿਣ ਜੈ ਪਿੰਡਾ ਧੋਏ। ਬੰਦਾ ਕਈ ਵਾਰ ਕਹਿੰਦਾ ਨਾ ਵੀ ਮੈਂ 3 ਵਜੇ ਉੱਠ ਕੇ 12 ਵਜੇ ਉੱਠ ਕੇ ਮੈਂ ਇਸ਼ਨਾਨ ਕਰਕੇ ਰੱਬ ਦੇ ਦਿਵਾਲੇ ਹੋ ਗਿਆ। ਇਸ਼ਨਾਨ ਕਰਨਾ ਜ਼ਰੂਰੀ ਹੈ, ਇਸ਼ਨਾਨ ਕਰਨਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਪਹਿਲਾਂ ਤਾਂ ਬੱਚੇ ਤੋਂ ਗੇਜ ਪਾਓ। ਆ ਬੱਚਿਆਂ ਨੂੰ ਗੇਜ ਪਾਈਏ ਨਾ ਤੇ ਬੱਚੇ ਆਪਣੇ ਆਪ ਕਹਿੰਦੇ ਇਸ਼ਨਾਨ ਕਰਨ ਤੋਂ ਬਿਨਾਂ ਮੈਂ ਗੁਰਦੁਆਰੇ ਨਹੀਂ ਜਾਣਾ।
ਇਸ਼ਨਾਨ ਕਰਨ ਤੋਂ ਬਿਨਾਂ ਮੈਂ ਫਲਾਣੇ ਥਾਂ ਤੇ ਨਹੀਂ ਜਾਣਾ। ਕਿਉਂ? ਉਹਨਾਂ ਦੇ ਸਰੀਰ ਵਿੱਚ ਸਪਰਿੰਟ ਆ ਜਾਂਦੀ। ਇਸ਼ਨਾਨ ਕਿਉਂ ਕਰਨਾ ਜ਼ਰੂਰੀ ਹੈ? ਸਿੱਖ ਮਤ ਦੇ ਵਿੱਚ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਬੰਦਾ ਰਾਤ ਨੂੰ ਸੌਂ ਕੇ ਸਵੇਰੇ ਉੱਠਦਾ ਹੈ, ਚਲੋ 5 ਇਸ਼ਨਾਨਾਂ ਵੀ ਕਰ ਲੈਂਦਾ ਹੈ, ਪਰ ਉਹ ਗੱਲ ਨਹੀਂ ਬਣਦੀ। ਜਦੋਂ ਸਾਰੇ ਸਰੀਰ ਦੇ ਉੱਤੇ ਪਾਣੀ ਪੈ ਜਾਂਦਾ ਹੈ, ਸਰੀਰ 'ਚ ਕਰੰਟ ਆ ਜਾਂਦਾ ਹੈ। ਸਰੀਰ 'ਚ ਕੀ ਆ ਜਾਂਦਾ ਹੈ? ਕਰੰਟ। ਚਲੋ ਪ੍ਰਮਾਤਮਾ ਕਿਰਪਾ ਕਰੇ ਸਾਰਿਆਂ ਤੇ, ਕਿਤੇ ਇਹ ਤਜਰਬਾ ਕਰਕੇ ਦੇਖਣਾ, ਠੰਡਾ ਪਾਣੀ ਸਰੀਰ ਦੇ ਉੱਤੇ ਪਾਇਆ ਜਾਵੇ ਤੇ ਸਰੀਰ ਦੇ ਵਿੱਚੋਂ ਭਾਫ਼ ਨਿਕਲਦੀ ਠੰਡਾ। ਆ ਸਿਆਲ ਦੇ ਵਿੱਚ ਨਾ, ਗਰਮੀਆਂ ਤਾਂ ਚਲੋ ਠੀਕ, ਆਪਾਂ ਨਹਾਉਣੇ ਠੰਡੇ ਪਾਣੀ ਨਾਲ। ਸਿਆਲ ਦੇ ਵਿੱਚ ਕਿਤੇ ਸਰੀਰ ਦੇ ਉੱਤੇ ਠੰਡਾ ਪਾਣੀ ਪਾਇਆ ਜਾਵੇ ਤੇ ਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਹੁੰਦੀ, ਅੰਦਰੋਂ ਭਾਵ ਕਿੰਦੇ ਨਾਲ ਨਿਕਲਦੀ? ਸਰੀਰ ਦੇ ਵਿੱਚੋਂ। ਆਪਣੀ ਹੁਣ ਜਿਹੜੀ ਰਜਾਈ ਹੈ, ਰਜਾਈ ਥੋੜ੍ਹਾ ਗਰਮ ਹੁੰਦੀ ਹੈ। ਰਜਾਈ ਚਲੋ ਉਹ ਪਤਾ ਕੀ ਕਰਦੀ, ਰਜਾਈ ਵੀ ਬਾਹਰਲੀ ਜਿਹੜੀ ਠੰਡ ਹੈ, ਜਿਵੇਂ ਸਾਡੇ ਮੋਟੇ ਕੱਪੜੇ ਨੇ, ਇਹ ਠੰਡ ਆਉਣ ਤੋਂ ਰੋਕਦੇ ਨੇ, ਪਰ ਸਾਡੇ ਸਰੀਰ ਜਿੰਨੀ ਹੀਟ ਹੁੰਦੀ ਹੈ ਉਸ ਤਰੀਕੇ ਦੇ ਨਾਲ ਸਾਡੇ ਕੱਪੜੇ ਗਰਮ ਹੋ ਜਾਂਦੇ ਨੇ ਅੰਦਰੋਂ। ਬਾਹਰ ਦੀ ਜਾਣੀ ਕਿ ਹੀਟ ਨਹੀਂ ਆਉਂਦੀ। ਰਜਾਈ ਦੇ ਵਿੱਚ ਕੋਈ ਠੰਡ ਉਹ ਗਰਮੀ ਕੋਈ ਹੀਟਰ ਥੋੜ੍ਹਾ ਲੱਗਿਆ ਹੁੰਦਾ, ਸਰੀਰ ਦੇ ਨਾਲ ਹੀ ਗਰਮ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ ਤੇ ਸਾਡੇ ਸਾਰੇ ਰੋਮ ਖੁੱਲ੍ਹ ਜਾਂਦੇ ਨੇ। ਜਿਹੜੀ ਸਾਡੀ ਚੁਸਤੀ ਫੁਰਤੀ, ਸੁਸਤੀ ਪਈ ਹੁੰਦੀ ਹੈ ਨਾ, ਉਹ ਚੁਸਤੀ ਫੁਰਤੀ ਸਰੀਰ ਆ ਜਾਂਦਾ ਹੈ ਇਸ਼ਨਾਨ ਕਰਨ ਦਾ। ਤੇ ਗੁਰੂ ਸਾਹਿਬ ਜੀ ਨੇ, ਬਾਬੇ ਨਾਨਕ ਨੇ ਕਿਹਾ ਕਿ ਬਾਤਾ ਸੁੱਚਾ ਇਸ ਤਰ੍ਹਾਂ ਨਹੀਂ ਬਣਦਾ। ਬੰਦਾ ਨਹਾ ਧੋ ਕੇ ਚੰਗਾ ਐਨ ਬਾਬੂ ਬਣ ਕੇ ਤੇ ਫਿਰ ਕਹੇ ਵੀ ਮੈਂ ਬਾਹਰੋਂ ਸੁੱਚਾ ਹੈ ਬਈ, ਅੰਦਰੋਂ ਤੇ ਗੁਰਬਾਣੀ ਦਾ ਹੁਕਮ ਹੈ, ਬਾਹਰੋਂ ਨਿਰਮਲ ਜੀਓ ਨਿਰਮਲ, ਬਾਹਰੋਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹ ਬੰਦਾ ਜਿਹੜਾ ਅੰਦਰੋਂ ਤੇ ਬਾਹਰੋਂ ਹੈ, ਉਹ ਪ੍ਰਮਾਤਮਾ ਦੇ ਪ੍ਰਥਾਵੇਂ ਆਪਣਾ ਜੀਵਨ ਬਣਾਏਗਾ। ਤੇ ਇਸ ਕਰਕੇ ਗੁਰਮੁਖ ਪਿਆਰੋ, ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਸੁੱਚੇ ਇਹ ਨਾ ਆਖੀਐ ਬਹਿਣ ਜੈ ਪਿੰਡਾ ਧੋਏ। ਬਾਬਾ ਨਾਨਕ ਕਹਿੰਦਾ, ਜਿਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਧੋ ਧੋ ਕੇ ਆਪਣੇ ਪਵਿੱਤਰ ਬਣਾ ਕੇ ਬੈਠਦੇ ਨੇ। ਸਰੀਰ ਪਵਿੱਤਰ ਨਹੀਂ ਹੋਣਾ, ਕਿਉਂਕਿ ਗੁਰੂ ਸਾਹਿਬ ਜੀ ਨੇ ਇਸਤਰੀ ਦੀ ਉਦਾਹਰਨ ਦਿੱਤੀ ਆ, ਉਹ ਪਵਿੱਤਰ ਨਹੀਂ, ਉਹ ਸੁੱਚੀ ਰਹਿੰਦੀ ਹੈ। ਇਹ ਪ੍ਰਮਾਤਮਾ ਦੇ ਸਿਸਟਮ ਨੂੰ ਅਸੀਂ ਝੂਠਾ ਕਹਿੰਦੇ, ਪ੍ਰਮਾਤਮਾ ਦੇ ਸਿਸਟਮ ਨੂੰ ਅਸੀਂ ਝੂਠਾ ਕਹਿੰਦੇ ਆ। ਇਹ ਪ੍ਰਮਾਤਮਾ ਦਾ ਸਿਸਟਮ ਹੈ। ਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਪਿੰਡਾ ਧੋਣ ਦੇ ਨਾਲ ਪਿੰਡਾ ਬੰਦੇ ਦਾ ਸੋਹਣਾ ਹੋਵੇ ਤੇ ਬੰਦਾ, ਗੁਰੂ ਸਾਹਿਬ ਜੀ ਕਹਿੰਦੇ ਸੁੱਚਾ ਨਹੀਂ ਹੈ। ਬਾਬਾ ਨਾਨਕ ਕਹਿੰਦਾ ਵੀ ਉਹ ਸੁੱਚਾ ਨਹੀਂ ਹੈ। ਵੀ ਜੇ ਆਪਾਂ ਪਿੰਡਾ ਵਾਰ-ਵਾਰ, ਆਹ ਕਈ ਸੰਸਥਾਵਾਂ ਨੇ ਗੁਸਤਾਖੀ ਮਾਫ ਕਰਨਾ, ਕਿਉਂਕਿ ਸਾਨੂੰ ਜਾਣਾ ਪੈਂਦਾ, ਚੱਲਣਾ ਪੈਂਦਾ, ਉੱਥੇ ਸਾਨੂੰ ਸਾਰੀ ਨੌਲੇਜ ਲੈਣੀ ਪੈਂਦੀ, ਗਿਆਨ ਲੈਣਾ ਪੈਂਦਾ। ਇੱਕ ਆਪਣੇ ਸੰਸਥਾ ਚਲਾਉਂਦਾ ਨਾਂ ਕੀ ਲੈਣਾ, ਜਦੋਂ ਬੰਦੇ ਨੇ ਬਾਥਰੂਮ ਜਾਣਾ ਨਾ, ਬਾਥਰੂਮ ਸਿੱਖੀ ਸਿਧਾਂਤਾਂ ਦਾ ਉਹ ਫਲਸਫਾ ਨਹੀਂ ਹੈ। ਜਦੋਂ ਬੰਦੇ ਨੇ ਬਾਥਰੂਮ ਜਾਣਾ, ਕਹਿੰਦੇ ਵੀ ਸਾਰੇ ਕੱਪੜੇ ਸਾਰੇ ਵਸਤਰ ਲਾ ਕੇ ਜਾਓ, ਉੱਥੇ ਇਸ਼ਨਾਨ ਕਰਕੇ ਦੁਬਾਰਾ ਆਓ। ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਗੁਰਮੁਖ ਪਿਆਰੋ, ਚਲੋ ਸਾਡਾ ਜਿਹੜਾ ਵੇਸਟੇਜ ਵਿਸਟਾ ਹੈ ਉਹ ਤਾਂ ਦਿਹਾੜੀ ਦੇ 1-2 ਵਾਰੀ ਆਉਂਦੀ ਹੈ, ਤੇ ਜਿਹੜਾ ਬਾਥਰੂਮ ਹੈ ਜਿਹਨੂੰ ਪਿਸ਼ਾਬ ਕਹਿ ਦਿੰਦੇ ਆਪਾਂ ਸਿੱਧੇ ਲਫ਼ਜ਼ਾਂ 'ਚ, ਇਹ ਤਾਂ ਤਕਰੀਬਨ ਘੰਟੇ, ਹੁਣ ਸਿਆਲ 'ਚ ਜ਼ਿਆਦਾ ਆਉਣਾ ਹੈ ਕਿਉਂਕਿ ਆਪਾਂ ਚਾਹ ਪੀਣੋਂ ਹਟਣਾ ਨਹੀਂ, ਤੇ ਜ਼ਿਆਦਾ ਆਉਣਾ। ਫਿਰ ਤਾਂ ਮੇਰਾ ਖਿਆਲ ਵੀ ਉਹਦੇ ਵਾਸਤੇ 25-30 ਕਛਹਿਰੇ ਚਾਹੀਦੇ ਨੇ ਵੀ ਵਾਰ-ਵਾਰ ਇਸ਼ਨਾਨ ਕਰਕੇ ਆਵੇ। ਵੀ ਉਹ ਸਰੀਰ ਨੂੰ ਸੁੱਚਾ ਕੇ ਸਮਝਦੇ ਨੇ ਵੀ ਜਦੋਂ ਤੁਸੀਂ ਬਾਥਰੂਮ ਗਏ ਉੱਥੇ ਇਸ਼ਨਾਨ ਕਰਕੇ ਆਓ। ਇਸੇ ਸੰਸਥਾ 'ਚ ਗਏ ਤੇ ਸਾਨੂੰ ਉੱਥੋਂ ਪਤਾ ਲੱਗਿਆ, ਕਹਿੰਦੇ ਇੱਥੇ ਤਾਂ ਆਹ ਕੰਮ ਚੱਲਦਾ ਹੈ। ਜਿਹੜੇ ਉਹਨਾਂ ਦੇ ਸੇਵਾ ਵੀ ਬਹੁਤ ਜ਼ਿਆਦਾ ਸੁੱਚੇ ਨੇ, ਬਹੁਤੇ ਜ਼ਿਆਦਾ ਸੁੱਚੇ ਨੇ। ਵੀ ਇਸ਼ਨਾਨ ਵਾਰ-ਵਾਰ ਇਸ਼ਨਾਨ ਕਰੀ ਜਾਓ। ਵੀ ਹੁਣ ਬੰਦਾ ਸਿਆਲ ਦੇ ਵਿੱਚ ਚਲੋ 5-7 ਵਾਰੀ ਤੇ ਜਾਏਗਾ ਨਾ, ਤੇ 5-7 ਤੇ ਕਛਹਿਰੇ ਚਾਹੀਦੇ ਨੇ ਨਾ ਉਹਨੂੰ ਇਸ਼ਨਾਨ ਕਰਨ ਵਾਸਤੇ। ਵੀ ਹੁਣ ਸਿਆਲ 'ਚ ਸੁੱਕਣੇ ਤਾਂ ਛੇਤੀ ਹੈ ਨਹੀਂ। ਇਹ ਬੰਦੇ ਦਾ ਸਿਸਟਮ ਬਣਾਇਆ ਹੋਇਆ ਹੈ ਵੀ ਵਾਰ ਇਸ ਤਰ੍ਹਾਂ ਹੀ ਕੰਮ ਕਰੀ। ਹਾਂ ਠੀਕ ਹੈ, ਸਾਫ਼ ਹੋਣਾ ਚਾਹੀਦਾ ਹੈ। ਜੇ ਬਾਥਰੂਮ ਬਾਹਰ ਅੰਦਰ ਅਸੀਂ ਗਏ ਹਾਂ, ਸਰੀਰ ਸਾਡਾ ਸਾਫ਼ ਹੋਣਾ ਚਾਹੀਦਾ, ਇਹ ਨਹੀਂ ਮੈਲਾ ਕੁਚਲਾ।
ਹੁਣ ਜਿਹੜੇ ਗੁਰੂ ਸਾਹਿਬ ਦੇ ਜਦੋਂ ਵੀ ਕਿਤੇ ਆਪਾਂ ਐਂਟਰ ਹੁੰਨੇ, ਗੁਰਦੁਆਰਾ ਸਾਹਿਬ ਨੇ ਜਾਂ ਦਰਬਾਰ ਸਾਹਿਬ ਵੀ ਆਪਾਂ ਦੇਖੇ, ਉੱਥੇ ਚਰਨ ਗੰਗਾ ਜਿੰਦੇ ਤੇ ਆਪਾਂ ਜਾਣੀ ਕਿ ਪੈਰ ਧੋ ਕੇ ਜਾਂਦੇ। ਕਿਉਂ ਜਾਂਦੇ ਆ ਕਿ ਆਪਾਂ ਕਈ ਵਾਰ ਜਰਾਬਾਂ ਪਾਈਆਂ ਹੁੰਦੀਆਂ, ਜਰਾਬਾਂ 'ਚੋਂ ਮੁਸ਼ਕ ਆਉਂਦਾ, ਕਹਿੰਦੇ ਪੈਰਾਂ 'ਚ ਮੁਸ਼ਕ ਆਉਂਦਾ, ਜਾਂ ਬੰਦੇ ਨੇ ਚੱਪਲਾਂ ਪਾਈਆਂ ਨੇ, ਪੈਰਾਂ ਨੂੰ ਮਿੱਟੀ ਘੱਟਾ ਲੱਗ ਗਿਆ, ਉਹ ਉੱਥੇ ਧੋ ਕੇ ਤੇ ਅੰਦਰ ਜਾਵੇ, ਉਹ ਪਵਿੱਤਰ ਨਹੀਂ ਹੋਇਆ। ਜੇ ਆਪਾਂ ਕਹੀਏ ਵੀ ਉੱਥੋਂ ਉਹ ਉੱਥੇ ਧੋ ਕੇ ਪਵਿੱਤਰ ਹੋ ਗਿਆ। ਗੁਰੂ ਸਾਹਿਬ ਜੀ ਨੇ ਸਰੋਵਰ ਕਾਹਦੇ ਵਾਸਤੇ ਬਣਾਏ ਨੇ ਕਿ ਗੁਰਬਾਣੀ 'ਚ ਵੀ ਆਪਣਾ ਮਨ ਲੀਨ ਕਰ, ਤੇ ਸਰੋਵਰ ਦੇ ਵਿੱਚ ਵੀ, ਸਰੋਵਰ ਦੇ ਵਿੱਚ ਇਸ਼ਨਾਨ ਕਰ। ਅੱਜ ਤੇ ਜਦੋਂ ਟੂਟੀਆਂ ਤੇ ਜੇ ਆਪਾਂ ਸਵੇਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੀ ਟੂਟੀ ਤੇ ਇਸ਼ਨਾਨ ਕਰਦੇ ਆ, ਨਾਲ ਪ੍ਰਮਾਤਮਾ ਨੂੰ ਯਾਦ ਰੱਖਦੇ, ਸਮਝ ਲਓ ਸਰੋਵਰ ਦੇ ਵਿੱਚ ਆਪਣਾ ਇਸ਼ਨਾਨ ਹੋ ਰਿਹਾ ਹੈ। ਧਿਆਨ ਸਾਡਾ ਧਿਆਨ ਕਿੱਧਰ ਹੋਵੇ? ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਸਾਡਾ ਧਿਆਨ ਪ੍ਰਮਾਤਮਾ ਵੱਲ ਹੋਵੇ। ਤੇ ਗੁਰਮੁਖ ਪਿਆਰੋ, ਕਈ ਸੰਸਥਾ ਸਾਨੂੰ ਕਿਉਂਕਿ ਨਾਲ ਜਾਣਾ ਪੈਂਦਾ, ਸਾਨੂੰ ਕਰਨਾ ਪੈਂਦਾ, ਤੇ ਅਸੀਂ ਉੱਥੇ ਜਾ ਕੇ ਦੇਖਦੇ ਵੀ ਆਹ ਕੀ ਗੱਲ ਹੈ, ਕਿਉਂਕਿ ਅਸੀਂ ਅੱਖੀਂ ਦੇਖਿਆ ਹੋਇਆ ਵੀ ਉਹ ਤਕਰੀਬਨ ਸਮਾਂ ਕਾਫੀ ਹੋ ਗਿਆ, ਉਹ ਇਸ਼ਨਾਨ ਕਰਨ ਵਾਸਤੇ ਗਿਆ ਸੀ ਕਿ ਵੀ ਬਾਬੇ ਬੜੇ ਲੇਟ ਉੱਠਦੇ ਨੇ। ਇਹ ਸੰਸਥਾ ਜਦੋਂ ਗਿਆ, ਉਹ ਕਹਿੰਦੇ ਨਹੀਂ, ਇੱਥੇ ਹੁਕਮ ਹੈ, ਇੱਥੇ ਆਰਡਰ ਹੈ ਕਿ ਜਦੋਂ ਵੀ ਬੰਦਾ ਬਾਥਰੂਮ ਜਾਂਦਾ ਉਹਨੇ ਇਸ਼ਨਾਨ ਕਰਕੇ ਆਉਣਾ ਹੈ। ਵਾਹ ਵੀ ਵਾਹ। ਹੁਣ ਇੱਕ ਕਿਰਤੀ ਬੰਦਾ ਉਹਨੇ ਸਵੇਰੇ ਉੱਠ ਕੇ ਸਾਰਾ ਦਿਨ ਜਿੱਦੇ ਕਿਤੇ ਸਮਾਂ ਮਿਲੇ, ਦੁਪਹਿਰੇ ਵੀ ਗੁਰਬਾਣੀ ਪੜ੍ਹ ਸਕਦਾ, ਸਟੱਡੀ ਕਰਨੀ ਗੁਰਬਾਣੀ ਦੀ, ਦੁਪਹਿਰੇ ਵੀ ਪੜ੍ਹ ਸਕਦਾ, ਰਾਤ ਨੂੰ ਵੀ ਪੜ੍ਹ ਸਕਦਾ, ਉਹ ਤੇ ਫਿਰ ਵਿਚਾਰਾ ਵਾਰ-ਵਾਰ ਇਸ਼ਨਾਨ ਹੀ ਕਰਦਾ ਰਹੇਗਾ। ਇਹ ਸਾਡੇ ਬੰਦਿਆਂ ਦੀ ਮੱਤ ਹੈ, ਇਹ ਸਾਡੇ ਬੰਦਿਆਂ ਦੀ ਮੱਤ ਹੈ ਵੀ ਇਸ ਤਰ੍ਹਾਂ ਰੱਬ ਖੁਸ਼ ਹੁੰਦਾ ਹੈ। ਪਵਿੱਤਰਤਾ ਗੁਰੂ ਸਾਹਿਬ ਦੇ ਵਿਚਾਰ ਆਪਣੇ ਹਿਰਦੇ 'ਚ ਲਿਆਉਣੇ ਨੇ, ਪਵਿੱਤਰਤਾ ਆਪਣੇ ਹਿਰਦੇ ਨੂੰ ਕਰਨਾ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਕਰਨਾ ਤੇ ਇਹ ਕੰਮ ਸੀ, ਪਰ ਅਸੀਂ ਕੁਝ ਹੋਰ ਢਾਂਸ ਬਣਾ ਤੇ ਬੜਾ ਕੁਝ ਬਣਾ ਦਿੱਤਾ। ਆਹ ਦੇਖੋ, ਸਭ ਤੋਂ ਵੱਡਾ ਝੂਠ ਇਹਨਾਂ ਨੇ ਗੁਟਕੇ ਸਾਹਿਬਾਂ ਦੇ ਉੱਤੇ ਲਿਖਤਾ। ਕਹਿੰਦੇ ਆਹ ਦੇਖੋ ਕਿੱਡਾ ਵਧੀਆ ਬਣਾ ਕੇ ਲਿਖਿਆ, ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਆ ਲਿਖਿਆ ਹੋਇਆ, ਪੜ੍ਹ ਲਿਆ ਜੋ ਗੁਟਕਾ ਸਾਹਿਬ ਦੇ ਮਰਜ਼ਾਦਾ, ਕਹਿੰਦੇ ਸਾਡੀ ਬਹੁਤ ਵੱਡੀ ਹੈ। ਆਹੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਜੇ ਬੰਦੇ ਤੋਂ ਸਿਮਰਨ ਤਾਂ 24 ਘੰਟੇ ਨਾ ਹੁੰਦਾ ਹੋਵੇ ਤੇ ਕਿਵੇਂ ਕਰੀਏ? ਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੁਹਾਡੇ ਵਾਸਤੇ ਇੱਕ ਬਾਣੀ ਇਸ ਤਰ੍ਹਾਂ ਦੀ ਲਿਖ ਦਿੰਦੇ ਆ, ਬਾਣੀ ਇਸ ਤਰ੍ਹਾਂ ਦੀ ਲਿਖ ਦਿੰਦੇ ਆ ਜਿਹੜੀ ਤੁਸੀਂ ਇੱਕ ਵਾਰੀ ਪੜ੍ਹ ਲਈ, ਤੁਹਾਨੂੰ ਵਾਰ-ਵਾਰ ਸਾਰੀ ਦਿਹਾੜੀ ਸਿਮਰਨ ਕਰਨ ਦੀ ਲੋੜ ਨਹੀਂ ਪੈਣੀ, ਤੁਹਾਡੇ ਸਾਰੇ ਸਵਾਸ ਸਫਲ ਹੋ ਜਾਣਗੇ। ਇਹਨਾਂ ਨੇ ਗੁਟਕਾ ਸਾਹਿਬ ਦੇ ਅਗਲੇ ਬੰਨੇ ਲਿਖਿਆ ਹੋਇਆ ਹੈ। ਉਹ ਗੁਰਬਾਣੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਨਿਰੰਕਾਰ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ, ਵੀ ਗੁਰਬਾਣੀ ਤਾਂ ਜਿੰਨੀ ਪੜ੍ਹੀ ਜਾਵੇ ਉਨੀ ਥੋੜ੍ਹੀ ਹੈ, ਵੀ ਇੱਕ ਵਾਰੀ ਆਹ ਗੁਰਬਾਣੀ ਪੜ੍ਹ ਲਿਆ ਜੋ ਮੁੜ ਕੇ ਲੋੜ ਨਹੀਂ। ਹੁਣ ਪੰਥ ਪ੍ਰਮਾਣਿਤ ਬਾਣੀਆਂ ਸਵੇਰੇ ਅੰਮ੍ਰਿਤ ਵੇਲੇ ਦੀਆਂ ਕਿਉਂ ਕਿ ਸਿਗਨਲ ਤੇ ਕੋਈ ਜ਼ਰੂਰੀ ਥੋੜ੍ਹਾ ਵੀ ਜੇ ਆਪਾਂ ਅੰਮ੍ਰਿਤ ਵੇਲੇ ਇੱਕ ਵਾਰੀ ਬਾਣੀ ਪੜ੍ਹ ਲਈ ਤਾਂ ਮੁੜ ਕੇ ਪੜ੍ਹਨ ਦੀ ਲੋੜ ਨਹੀਂ। ਇਹ ਵੇਖੋ ਕਿੱਡਾ ਵੱਡਾ ਅੱਗੇ ਝੂਠ ਲਿਖਿਆ ਹੋਇਆ ਗਟਕਾ ਸਾਹਿਬ ਦੇ ਉੱਤੇ ਵੀ ਗੁਰੂ ਨਾਨਕ ਦੇਵ ਮਹਾਰਾਜ, ਮਾਫ ਕਰਨਾ, ਗੁਰੂ ਅਰਜਨ ਦੇਵ ਮਹਾਰਾਜ ਤਾਂ ਪਤਾ ਹੀ ਨਹੀਂ ਸੀ। ਉਹਨਾਂ ਨੇ ਗੁਰਬਾਣੀ 'ਚ ਲਿਖਿਆ ਵੀ 8 ਪੈਰ ਪ੍ਰਮਾਤਮਾ ਨੂੰ ਧਿਆਓ, ਇਹਨਾਂ ਨੇ ਫਿੱਟ ਕਰਕੇ ਹੋਰ ਲਿਖ ਦਿੱਤਾ ਅੱਗੇ ਵੀ 8 ਪੈਰ ਪ੍ਰਮਾਤਮਾ ਨੂੰ। ਚਲੋ ਗੁਰਬਾਣੀ ਜਿੰਨਾ ਸਮਾਂ ਮਿਲਦਾ ਉਹਨਾਂ ਪੜ੍ਹੋ, ਗੁਰਬਾਣੀ ਰੋਜ਼ਾਨਾ ਪੜ੍ਹੋ, ਉੱਠ ਕੇ ਗੁਰੂ ਸਾਹਿਬ ਦਾ ਹੁਕਮ ਹੈ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਦਾ ਮਤਲਬ ਇਹ ਹੈ ਵੀ ਸਵੇਰੇ ਗੁਰਬਾਣੀ 'ਚ ਇਸ਼ਨਾਨ ਕਰੇ ਤੇ ਫਿਰ ਉੱਠਦਿਆਂ ਬੈਠਦਿਆਂ ਉਹ ਪ੍ਰਮਾਤਮਾ ਦਾ ਨਾਮ ਧਿਆਵੇ, ਚੜ੍ਹੇ ਦਿਵਸ ਗੁਰਬਾਣੀ ਗਾਵੇ। ਵੀ ਉਹ ਜਦੋਂ ਦਿਨ ਚੜ੍ਹਦਾ ਤੇ ਗੁਰਬਾਣੀ ਭਾਵੇਂ ਦੁਪਹਿਰੇ ਪੜ੍ਹ ਲਏ, ਰਾਤ ਨੂੰ ਪੜ੍ਹ ਲਏ, ਅੱਧੀ ਰਾਤ ਪੜ੍ਹ, ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਬਾਣੀ ਹੁੰਦੀ ਹੈ ਭਾਵੇਂ ਅੱਧੀ ਰਾਤ ਵੀ ਚੱਲੀ ਜਾਂਦੀ ਹੈ, ਆਪਾਂ ਸੁਣਨੀ ਨਹੀਂ ਸੁਣਨੀ ਉਹ ਸਾਡੀ ਮਰਜ਼ੀ ਹੈ। ਗੁਰੂ ਪ੍ਰਮਾਤਮਾ ਪਰਮੇਸ਼ਰ ਸਾਡੇ ਤੇ ਕਿਰਪਾ ਕਰਨ, ਸਾਨੂੰ ਸਮਝ ਆ ਜਾਵੇ ਕਿ ਇਹਨਾਂ ਨੇ ਥੋਪਿਆ ਹੋਇਆ ਵੀ ਇਸ ਤਰ੍ਹਾਂ ਕਰੋ ਤੇ ਰੱਬ ਇਸ ਤਰ੍ਹਾਂ ਮਿਲੇਗਾ। ਰੱਬ ਨੂੰ ਥੋਪ ਦਿੱਤਾ ਵੀ ਰੱਬ ਇਸ ਤਰ੍ਹਾਂ ਮਿਲਦਾ ਹੈ,
गुरबाणी का सिस्टम नहीं। हाँ, गुरबाणी पढ़ना माड़ी गल नहीं, गुरबाणी पढ़नी चंगी, बहुत वधिया, वार वार पढ़ी जाओ, 10 वारी पढ़ो, 15 वारी पढ़ो, 50 वारी पढ़ो, क्योंकि संत जरनैल सिंह भिंडरां वाले दे जबान दे विच गुरबाणी हुंदी सी 24 घंटे। प्रचार करके हटना तां भी गुरबाणी, जदों भी किते उन्हां दे गुरबाणी चलदी रहिंदी सी। ते अज ओ जोधे दा नां, जोधे ने अज जिहड़ा आपां काम कर रहे ना, आ जोधे ने आपां नूं 35-36 साल पहलां दस दित्ता सी भी आ तुहाडे नाल होना जो, आ जिहड़ा तुहाडे नाल किसानां नाल काम चल रहा, ये जोधे ने पहलां दस दित्ता भी तुहाडे नाल पंजाब दे नाल आ काम होना जो, तुहानूं इन्हां ने दबा के आ काम तुहाडे तों कराउणा जो। तां ही उहदा किहड़ा वट बन्ने दा रौला सी सेंटर गौरमेंट दे नाल, उहदा कहंदा वट दा रौला सी, वो पाणियां दी गल करदा सी, आनंदपुर साहिब दे मते दी गल करदा सी, ते सिस्टम सारा खराब। होर उहदा किते किसे नाल रौला थोड़ा सी। ते गुरु परमात्मा परमेश्वर की कृपा सदका सानू सुच्चे होने बारे गुरु साहब जी ने कहा भी सुच्चा तू तो उदों होएगा जदों गुरबाणी पढ़ के सुन के मन नू सच्चा करेगा। आ दुनियावी दुनिया के जिहड़े लोग पुजारीवाद, जिहड़े धर्म के ठेकेदार ज़्यादातर जिवें वो ऊट पटांग दियां गल्लां करदे ने, दसदे ने इंज करो, आ करो, इस तरह करो, ते मन नू सच्चा नहीं बना सकते, मन नू फिक्का कर सकते, मन नू सच्चा नहीं बना सकते, क्योंकि उन्हां दे मुताबिक मन चलेगा, मन ने फिक्का होना है, सच्चा नहीं होना। सच्चा तो गुरु साहब जी ने समझाना कर दिता है, सुच्चे ए ना आखिए बहन जै पिंडा धोए। बाबा नानक कहंदा अजिहे मनुख सुच्चे नहीं आखे जाते जो निरा शरीर धो के अपने वालों पवित्र बन के बैठ जाते ने। ते खीरली पंक्ति विच बाबा नानक की कहंदा है, सुच्चे से ही नानका जिन मन वसिया सोए। जो परमात्मा दे प्रथाई अपना जीवन जींदे ने उन्हां दा मन सुच्चा है भी मेरा परमात्मा इस जगह ते शहादत नहीं भरेगा, इस जगह ते मेरी शादी नहीं पड़ेगा, इस जगह ते परमात्मा मैनू मेरे ते खुश नहीं होएगा। मैं किसी ना ठगी ना मारा, किसी ना प्रेम ना करा, किसी ना माड़ा कर्म ना करा, जिंदे कारण करके किसी का ढिड वड्डिया जाए, किसी की इज्जत रुल जाए, किसी का काम माड़ा बन जाए, ये काम ना करा। सुच्चा मन तो यह है। तो गुरु साहब जी ने समझाना किया है कि बंदिया पिंडा भावें 20-20 बार आ कई बंदे कह देंगे ने ना, आ जिन्हां कोल सियाणे महामूर्खां कोल मड़ी मसाणी ते जाके अद्धी रात इशनान करी, दास ने देखा हो तो तां गल करदा है। मड़ी मसाणी ते भावें तू 24 घंटे इशनान करी जाई, पिंडा सुच्चा नहीं होना। आपां काहदे वास्ते करदे आ भी आपां कहने भी भाई साडा कोई कारोबार सिस्टम जां चल पेगा, मैं जिवें सानू बूबणे ने कह दिता उवें असीं कर लेना, जिवें सानू किसी पखंडी ने कह दिता भी आ काम कर वो कर लेना। गुरबाणी कहती गुरबाणी नूं पढ़ ते अपने जीवन नूं सोहना बना ताकि तेरे जीवन दे विच भी निखारता आवे। गुरबाणी कुछ कहती है, असीं पखंडियां दे मगर लग के असीं अपने सिੱਖੀ सिद्धांतां दीयां धवज्जियां ढा दिंने, बाकी तो चलो डाउन डाउन। आ जिन्हां ने श्री साहब पाया है, जिन्हां ने गुरमुख प्यारो परमात्मा की कृपा सदका जिवें भी मर्जी, दास ते कहंदा हुंदा जिवें भी मर्जी तुसीं अमृत छक लिया, भावें परिवार के दबाव च, संसार के दबाव के विच, भावें तुसीं किसी ऐब करके भी आ ऐब आ, जिवें हुण कई शराब पींदे ने ते घर दे कहंदे चक के अमृत छका दिओ भी चल छड्ड देगा। संसार भी कहंदा भी इहदा ऐब बहुत माड़ा है, घरदियां नाल करतूतां बड़ियां माड़ियां करदा है, बच्चियां नूं कुੱਟदा है, मारदा, रात नूं पी के लाहण ते अपना भी सिस्टम खराब करदा है, आप भी भुखा रहिंदा है, आप भी उस तरह दा ते दूजियां दा भी काम खराब करदा है, परिवार दा। चलो परिवार जिवें भी मनदा है, किसी नूं कहंदा कराउंदा है, जे हुण अमृत छक लिया तो जो उत्थे तैनूं उन्हां सीन याद करिया कर भी जदों मैं अमृत छकिया सी उदों मैनूं की कहा गया, मैनूं की उपदेश दृढ़ कराया गया भी तू अज तो बाद अमृतधारी है, तू आ काम नहीं करने, चार करैतां तो बच के रहना है,
ਤੇ ਆ ਜਿਹੜੇ ਤੇਰੇ ਨਿਸ਼ਾਨ ਪਹਿਨੇ ਨੇ ਇਹ ਸਿੱਖੀ ਦੇ ਖਾਲਸਾ ਪੰਥ ਦੇ ਮਨਾਰੇ ਨੇ। ਇਹਨਾਂ ਤੋਂ ਤੂੰ ਸੇਧ ਲੈ ਕੇ ਆਪਣਾ ਜੀਵਨ ਸੋਹਣਾ ਬਣਾਉਣਾ ਹੈ। ਚਲੋ ਦੂਜਾ ਬੰਦਾ ਤੇ ਜਿਹਨੂੰ ਨਹੀਂ ਗਿਆਨ ਨਹੀਂ ਜਾਂ ਜਿੰਨੇ ਇਸ ਤੇ ਦਾਖਲਾ ਨਹੀਂ ਰਿਹਾ ਉਹ ਤੇ ਕਰੇ ਨਾ ਕਰੇ। ਅਸੀਂ ਜਾਣ ਬੁੱਝ ਕੇ ਹੀ ਇਹੋ ਜਿਹੇ ਕੰਮ ਕਰਦੇ, ਜਾਣ ਬੁੱਝ ਕੇ। ਫਿਰ ਕਹਿੰਦੇ ਜੇ ਪੁੱਛੀਦਾ ਵੀ ਭਾਈ ਤੂੰ ਅੰਮ੍ਰਿਤ ਛਕਿਆ, ਤੂੰ ਆਹ ਕੰਮ, ਉਹ ਨਹੀਂ ਵੀ ਉਹਨਾਂ ਦਾ ਮੈਂ ਅੰਮ੍ਰਿਤ ਛਕਿਆ, ਉਹ ਕਹਿੰਦੇ ਤੁਸੀਂ ਜਾ ਸਕਦੇ, ਤੁਸੀਂ ਆਹ ਕੰਮ ਕਰ ਸਕਦੇ। ਵਾਹ ਵੀ ਵਾਹ। ਅਸੀਂ ਵੀ ਉਹ ਅੰਮ੍ਰਿਤ ਨੂੰ ਵੀ ਉਸ ਤਰ੍ਹਾਂ ਦਾ ਬਣਾ ਲਿਆ ਵੀ ਫਲਾਣੇ ਦਾ ਛਕਿਆ। ਉਹ ਕਹਿੰਦੇ ਨੇ ਵੀ ਨਾ ਇਹਨਾਂ ਨੇ ਪੁੱਛਣਾ ਜਾ ਕੇ ਤੇ ਨਾ ਉਹ ਕਹਿੰਦੇ, ਉਹ ਨਹੀਂ ਕਹਿੰਦੇ, ਮਨ ਕਹਿੰਦਾ ਵੀ ਆਹ ਕੰਮ ਕਰ ਲਈਏ। ਅੰਮ੍ਰਿਤ ਕਿਤੋਂ ਵੀ ਜਾ ਕੇ ਅਸੀਂ ਤਾਂ ਹੁਣ ਤਕਰੀਬਨ ਦਰਬਾਰ ਸਾਹਿਬ ਸੰਗਤਾਂ ਨੂੰ ਲੈ ਕੇ ਜਾਈਦਾ ਪ੍ਰਮਾਤਮਾ ਦੀ ਕਿਰਪਾ ਸਦਕਾ। ਉੱਥੇ ਅਸੀਂ ਤਾਂ ਅੰਦਰ ਵੀ ਰਹੀਦਾ ਜਦੋਂ ਉਪਦੇਸ਼ ਦ੍ਰਿੜ ਕਰਾਉਂਦੇ। ਚਲੋ ਅਸੀਂ ਵੀ ਇੱਕ ਵਾਰੀ ਕੀਤਾ ਹੋਇਆ। ਔਰ ਜਦੋਂ ਉੱਥੇ ਜਾਈਦਾ ਦਰਬਾਰ ਸਾਹਿਬ, ਆਨੰਦਪੁਰ ਸਾਹਿਬ ਚਲ ਜਾਓ, ਜਿੱਥੇ ਮਰਜ਼ੀ ਅੰਮ੍ਰਿਤ ਦੀ ਦਾਤ ਮਿਲਦੀ ਹੈ, ਉਹ ਦ੍ਰਿੜ ਕਰਾਉਂਦੇ ਨੇ। ਉਹ ਚੀਜ਼ਾਂ ਭੁੱਲ ਜਾਂਦੀਆਂ ਨੇ ਪਰ ਆਪਣੇ ਮਨ ਦੀ ਸੋਚ ਇਕਾਗਰ ਰਹਿੰਦੀ ਹੈ, ਜਾਂ ਸਾਡੇ ਬੂਬੜਿਆਂ ਦੀਆਂ ਗੱਲਾਂ ਯਾਦ ਰਹਿੰਦੀਆਂ ਨੇ। ਤੇ ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਇਸ ਕਰਕੇ ਧਾਰਨ ਦੇ ਕੇ ਸਮਝਾਉਣਾ ਕੀਤਾ ਕਿ ਬੰਦਿਆ ਉਹਨੂੰ ਤੂੰ ਝੂਠਾ ਨਾ ਆਖ, ਝੂਠਾ ਤੇ ਤੇਰਾ ਮੁਖ ਹੈ। ਤੇ ਬਾਕੀ ਪਿੰਡਾ ਧੋਈ ਜਾ, ਸਰੀਰ ਨੂੰ ਧੋਈ ਜਾ, ਤੇਰੇ ਅੰਦਰੋਂ ਝੂਠ ਜਾਣੀ ਨਹੀਂ, ਤੇਰੇ ਅੰਦਰੋਂ ਅਪਵਿੱਤਰਤਾ ਜਾਣੀ ਨਹੀਂ। ਪਵਿੱਤਰ ਤੂੰ ਉਦੋਂ ਬਣੇਗਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਆਪਣੇ ਸੋਹਣੇ ਬਣਾਏਗਾ। ਬਸ ਜਦੋਂ ਆਪਣੇ ਵਿਚਾਰ ਸੋਹਣੇ ਬਣਾਏਗਾ ਤੇ ਪ੍ਰਮਾਤਮਾ ਤੇਰੇ ਤੇ ਕਿਰਪਾ ਕਰੇਗਾ। ਜਦੋਂ ਤੇਰੇ ਵਿਚਾਰ ਹੀ ਚਾਪਲੂਸੀ ਵਾਲੇ ਨੇ, ਤੇਰੇ ਵਿਚਾਰ ਹੀ ਮਾੜੇ ਨੇ, ਤੇਰੇ ਅੰਦਰ ਦੀਆਂ ਭਾਵਨਾ ਹੀ ਮਾੜੀਆਂ ਨੇ, ਗੁਰੂ ਸਾਹਿਬ ਜੀ ਕਹਿੰਦੇ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਜੋ ਮਰਜ਼ੀ, ਉਹ ਸਾਡੇ ਵਾਸਤੇ ਵੀ ਹੈ, ਭਾਵੇਂ ਜਿੱਡੇ ਵੱਡੇ ਮਰਜ਼ੀ ਅਸੀਂ ਗਾਤਰੇ ਪਾਈ ਜਾਈਏ, ਜੋ ਮਰਜ਼ੀ ਅਸੀਂ ਡਰੈਸ ਪਾਈ ਜਾਈਏ, ਜਦੋਂ ਸਾਡਾ ਮਨ ਹੀ ਮਾੜਾ ਹੈ, ਉਹ ਬਾਹਰਲੇ ਆਇਡੈਂਟੀਫਿਕੇਸ਼ਨ ਨੂੰ ਰੱਬ ਨਹੀਂ ਜਾਣਦਾ। ਰੱਬ ਅੰਦਰ ਦੇ ਆਇਡੈਂਟੀਫਿਕੇਸ਼ਨ ਨੂੰ ਜਾਣਦਾ ਕਿ ਅੰਦਰ ਤੇਰਾ ਕੀ ਚੱਲ ਰਿਹਾ ਤੇਰੇ। ਆਪਾਂ ਗੁਰੂ ਸਾਹਿਬ ਦੇ ਅੱਗੇ ਆਣ ਕੇ ਮੱਥਾ ਟੇਕਦੇ, ਉਹ ਸਾਡੇ ਸਰੀਰ ਨੂੰ ਨਹੀਂ ਵੇਖਦਾ, ਸਾਡੇ ਮਨ ਨੂੰ ਵੇਖਦਾ ਵੀ ਕਿਹੜੇ ਕਰਕੇ ਮਨ ਲੈ ਕੇ ਆਇਆ। ਬਿਨ ਬੋਲਿਆ ਸਭ ਕੁਛ ਜਾਣਦਾ, ਉਹ ਸਾਡੇ ਮਨ ਨੂੰ ਜਾਣਦਾ ਵੀ ਇਹਦਾ ਮਨ ਕਿੱਥੇ ਟਿਕਿਆ ਹੋਇਆ ਹੈ, ਕਿਵੇਂ ਦਾ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਪਰਮਾਤਮਾ ਸਾਡੇ ਤੇ ਕਿਰਪਾ ਕਰੇ। ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਉਹਦੇ ਮੁਤਾਬਕ ਆਪਾਂ ਜੀਵਨ ਬਣਾਈਏ। ਪਹਿਲਾਂ ਤਾਂ ਗੁਰਬਾਣੀ ਦੇ ਪਾਂਧੇ ਬਣੀਏ। ਚਲੋ ਕੱਲ ਤੋਂ ਗੁਰਮੁਖ ਪਿਆਰਿਓ ਆਪਾਂ ਵਿਚਾਰ ਕਰ ਦਈਏ, ਕਿਉਂਕਿ ਲਾਈਵ ਵੀ ਚੱਲ ਰਿਹਾ ਹੈ ਤੇ ਹੋਰ ਵੀ ਸੰਗਤਾਂ ਨੂੰ ਪਤਾ ਲੱਗ ਜਾਵੇ। ਅੱਜ ਜਿਹੜਾ ਅਸੀਂ ਕੱਲ ਕੰਪੀਟੀਸ਼ਨ ਕੱਲ ਤੋਂ ਸ਼ੁਰੂ ਕੀਤਾ ਹੈ, ਹਜੇ ਬੱਚੇ ਵੈਸੇ ਦੂਸਰਿਆਂ ਨਗਰਾਂ ਨਾਲੋਂ ਤੇ ਬਾਕੀ ਸੰਗਤਾਂ ਨਾਲੋਂ ਬੱਚੇ ਆਪਣਿਆਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ, ਪਰ ਸਿੱਖੀ ਦੇ ਸਿਧਾਂਤਾਂ ਬਾਰੇ ਬਿਲਕੁਲ ਹਜੇ ਅਣਜਾਣ ਨੇ। ਕੱਲ ਬੱਚਿਆਂ ਦਾ ਕੰਪੀਟੀਸ਼ਨ ਕੱਲ ਤੋਂ ਚੱਲਿਆ, ਅੱਜ ਵੀ ਹੋਣਾ ਹੈ, 25 ਤਰੀਕ ਤੱਕ ਚੱਲਦਾ ਰਹਿਣਾ। ਬੱਚਿਆਂ ਨੂੰ ਗੁਰਬਾਣੀ ਤੇ ਇਤਿਹਾਸ, ਚਲੋ ਗੁਰਬਾਣੀ ਤਾਂ ਯਾਦ ਕਰ ਲਈ, ਗੁਰਬਾਣੀ ਤੇ ਗੁਰੂ ਦੀ ਕਿਰਪਾ ਸਦਕਾ ਯਾਦ ਕਰ ਲਈ, ਇਤਿਹਾਸ ਬਾਰੇ ਪਤਾ ਨਹੀਂ। ਇਹ ਕਿੰਨਾ ਚ ਛੋਟ ਹੈ ਆਪਣਿਆਂ 'ਚ। ਇੱਕ ਨਾ ਸ਼ੰਭੂ ਬਾਰਡਰ ਤੇ ਇੱਕ ਛੋਟੀ ਜੀ ਬੱਚੀ, ਤਕਰੀਬਨ ਦੀ 10-11 ਸਾਲ ਉਮਰ ਹੈ, ਉਹ ਕਹਿੰਦੀ ਵੀ ਸਾਨੂੰ ਦੱਸਣਾ ਕਿੰਨੇ ਹੈ। 10-11 ਸਾਲ ਦੀ, ਕਈਆਂ ਨੇ ਵੀਡੀਓ ਸੁਣੀ ਹੋਣੀ ਹੈ, ਤਕਰੀਬਨ ਸਾਰੇ ਉਹ ਵਰਲਡ ਦੇ ਵਿੱਚ ਗਈ ਹੈ। ਉਹ ਕਹਿੰਦੀ ਸਿੱਖ ਇਤਿਹਾਸ ਬਾਰੇ ਸਾਨੂੰ ਦੱਸਣਾ ਕਿੰਨੇ ਹੈ। ਸਾਡਾ ਤਾਂ ਸਿੱਖ ਦਾ ਇਤਿਹਾਸ ਜਿਹੜਾ ਨਾ ਕਿਤਾਬਾਂ ਚੋਂ ਵੀ ਗਾਇਬ ਕੀਤਾ ਜਾ ਰਿਹਾ। ਸਾਨੂੰ ਹਰੀ ਸਿੰਘ ਨਲਵੇ ਦੀਆਂ ਕਹਾਣੀਆਂ ਨਹੀਂ ਸੁਣਾਉਣੀਆਂ, ਸਾਨੂੰ ਜਿਹੜੀਆਂ ਇਹਨਾਂ ਨੇ ਵਧੀਕੀਆਂ ਕੀਤੀਆਂ ਉਹ ਕਹਾਣੀਆਂ ਸੁਣਾਉਣੀਆਂ ਨੇ। ਸਾਡਾ ਸਿੱਖੀ ਇਤਿਹਾਸ ਜਿਹੜਾ ਹੈ ਕਿਤਾਬਾਂ ਚੋਂ ਵੀ ਇਹਨਾਂ ਸਪ੍ਰਿੰਟ ਆ ਗਈ, ਇਹ ਸਾਡੇ ਤੇ ਹਾਵੀ ਹੋ ਜਾਣਗੇ। ਅੱਜ ਜੋ ਪੰਜਾਬ ਦੇ ਨਾਲ ਹਾਲਾਤ ਹੋ ਰਹੇ ਨੇ, ਚਲੋ ਦੂਜੀਆਂ ਸਟੇਟਾਂ ਦੇ ਵਿੱਚ ਵੀ ਉਹ ਕਰਦੇ ਨੇ, ਪਰ ਜਿਹੜਾ ਅੱਜ ਪੰਜਾਬ ਦੇ ਨਾਲ ਹਾਲਾਤ ਹੋ ਰਿਹਾ ਹੈ, ਕਾਹਦੇ ਕਰਕੇ ਹੋ ਰਿਹਾ? ਸਾਡੇ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਇਤਿਹਾਸ ਬਾਰੇ ਕੋਈ ਗਿਆਨ ਨਹੀਂ। ਆ ਜਿਹੜਾ ਸਾਨੂੰ ਉਹਨਾਂ ਨੇ ਇਤਿਹਾਸ ਕਲਚਰ ਲਿਆ ਕੇ ਦੇ ਦਿੱਤਾ,
ਪੱਛਮੀ ਕਲਚਰ ਲਿਆ ਕੇ ਦੇ ਦਿੱਤਾ ਵੀ ਆਹ ਕੰਮ ਕਰੋ ਤੁਸੀਂ, ਤੇ ਉਹਦੇ ਨਾਲ ਜੁੜ ਗਏ। ਅੱਜ ਸਾਡੇ ਬੱਚੇ ਅੱਜ ਤੋਂ ਨਹੀਂ, ਪਹਿਲਾਂ ਜਦੋਂ ਦਾ ਦੇਸ਼ ਯਾਦ ਹੋਇਆ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਸਿੱਖੀ ਸਿਧਾਂਤਾਂ ਨੂੰ ਕਿਵੇਂ ਤੋੜਿਆ ਜਾਵੇ। ਆਹ ਡੇਰਾ ਡੇਰੀ ਵੀ ਇਹਨਾਂ ਦੀ ਦੇਣ, RSS ਦੀ ਦੇਣ ਹੈ ਵੀ ਤੁਸੀਂ ਸ਼ਰਧਾ ਦੇ ਨਾਲ ਜੋੜ ਦਿਓ, ਬਸ ਬਾਕੀ ਇਹਨਾਂ ਤੋਂ ਕੰਮ ਅਸੀਂ ਲੈ ਲਾਂਗੇ। ਗੁਰਬਾਣੀ ਨਾ ਪੜ੍ਹਨ ਦਿਓ, ਨਾ ਪੜ੍ਹਾਓ, ਇਹਨਾਂ ਨੂੰ ਸ਼ਰਧਾ ਦੇ ਨਾਲ ਪੁੰਨ ਬਣਾ ਲਓ, ਆਹ ਕਰ ਲਓ, ਇਸ ਤਰ੍ਹਾਂ ਦੇ ਸਿਸਟਮ ਕਰਾ ਦਿਆ ਜੋ। ਇਹ ਸਾਰਾ RSS ਦਾ ਸਿਸਟਮ ਹੈ, ਡੇਰਾਵਾਦ, ਜਿਨ੍ਹਾਂ ਨੇ ਇਹ ਸਾਡੇ ਅੰਦਰ ਫੈਲਾ ਕੇ ਤੇ ਸਾਡੀਆਂ ਕੁਰਬਾਨੀਆਂ ਤੇ ਸਾਰਾ ਕੁਝ ਸਾਨੂੰ ਭੁਲਾ ਕੇ, ਕੁਰਬਾਨ ਨਹੀਂ ਹੋਣਾ, ਆਹ ਜਜ਼ਬੇ ਨਹੀਂ ਲਿਆਉਣੇ, ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ। ਇਹ ਸਾਡੀਆਂ ਸਰਕਾਰਾਂ ਨੇ ਇਹ ਦੇਣ ਦਿੱਤੀ ਹੈ ਸਾਨੂੰ, ਜਿੰਦੇ ਕਾਰਨ ਕਰਕੇ ਅੱਜ ਪੰਜਾਬ ਦੀ ਆਹ ਹਾਲਾਤ ਬਣ ਗਈ ਹੈ ਵੀ ਹੁਣ ਰੋਟੀ ਵੀ ਖੋਣ ਲੱਗ ਪਏ ਨਾ, ਵੀ ਜ਼ਮੀਨ ਖੋਲੀ ਤੇ ਰੋਟੀ ਖੋਲੀ, ਇੱਕੋ ਗੱਲ ਹੀ। ਪੰਜਾਬ 80% ਕਿਸਾਨੀ ਤੇ ਡਿਪੈਂਡ ਹੈ, ਤੇ ਸਾਡੀ ਰੋਟੀ ਵੀ ਖੋਣ। ਇਹ ਹਾਲਾਤ ਕਿਉਂ ਬਣੇ? ਸਾਨੂੰ ਪੰਜਾਬ ਦਾ ਜੇ ਕੋਈ ਸਿਲੈਕਸ਼ਨ ਹੋਣੀ ਹੈ ਸੈਂਟਰ ਵੱਲੋਂ, ਸਾਡੇ ਪੰਜਾਬ ਦੇ ਵਿੱਚ ਪਿੱਛੇ ਜੇ ਕਹਿ ਰਹੇ ਸੀ ਵੀ 570 ਜਈਆਂ ਦੀ ਸਿਲੈਕਸ਼ਨ ਹੋਈ, 70 ਹੀ ਪੰਜਾਬ ਦੇ ਰੱਖੇ ਗਏ, 500 ਬਾਹਰੋਂ ਲਿਆਂਦੇ। ਵਾਹ ਵੀ ਵਾਹ, ਇਹ ਕੀ ਸਿਸਟਮ ਹੈ? ਵੀ ਉਹੋ ਜਿਹਾ ਸਾਡੇ ਬਾਰੇ ਸੋਚਣਗੇ, ਉਹੋ ਜਿਹਾ ਸਾਡੇ ਬਾਰੇ ਕਹਿਣਗੇ। ਜੇ ਸਾਡੇ ਬੱਚੇ ਕੁਰਸੀਆਂ ਤੇ ਬਹਿਣਗੇ, ਇਹਨਾਂ ਨੂੰ ਥੋੜਾ ਦਰਦ ਹੋਏਗਾ ਵੀ ਇਹ ਪੰਜਾਬ ਦੇ, ਅਸੀਂ ਪੰਜਾਬ ਦੇ ਜੰਮਪਲ ਆ, ਪੰਜਾਬ ਸਾਡਾ ਜਨਮ ਹੋਇਆ ਹੈ, ਇਹਨਾਂ ਨੂੰ ਤਾਂ ਬਹਿਣ ਨਹੀਂ ਦੇਣਾ। ਇਹਨਾਂ ਨੂੰ ਤਾਂ ਸਾਰਿਆਂ ਨੂੰ ਕਹਿੰਦੇ ਚੱਕ ਕੇ ਬਾਹਰ ਮਾਰੋ, ਨਾਲੇ ਤਾਂ ਜ਼ਮੀਨਾਂ ਆਪਦਾ ਕਰਜ਼ਾ ਚੜਾ ਕੇ ਤੇ ਜਾਣਗੇ ਬਾਹਰ, ਤੇ ਇੱਥੇ ਨਹੀਂ ਤੁਹਾਨੂੰ ਕੋਈ ਦੇਣੀ ਨੌਕਰੀ। ਆਹ ਹੁਣ ਕਰਦੇ ਰਹੇ ਨੇ ਬੱਚਿਆਂ, ਕਿਉਂਕਿ ਅਸੀਂ ਸਕੂਲਾਂ ਕਾਲਜਾਂ ਜਾਂਦੇ ਰਹੇ ਨੇ, ਇੰਨਾ ਪੜ੍ਹਿਆ, ਟੀਚਰਾਂ ਦੇ ਨਾਲ ਜੋ ਡੈਕੋਰੇਸ਼ਨ ਕਰੀ, ਉਹਨਾਂ ਦੇ ਨਾਲ ਇੰਟਰਵਿਊ ਕਰੀ ਦੀ ਹੈ, ਉਹ ਕਹਿੰਦੇ ਵੀ ਭਾਈ ਸਾਨੂੰ ਤੇ ਪੜ੍ਹਿਆ ਨੂੰ ਤੇ ਪੜ੍ਹਾਈਆਂ, ਮੇਰੇ ਕੋਲ ਡਿਗਰੀਆਂ ਤੇ ਬਹੁਤ ਹੈ, ਪਰ ਮੈਂ ਇੱਥੇ 5 7 8 10 ਹਜ਼ਾਰ ਤੇ ਲੱਗਾ ਘਰ ਦੀ ਰੋਟੀ ਦਾ ਗੁਜ਼ਾਰਾ ਚਲਾਉਣ ਵਾਸਤੇ। ਪੜ੍ਹਾਈ ਇਹ ਨਹੀਂ ਵੀ ਪੜ੍ਹਾਈ ਨਹੀਂ ਹੈ ਉਹਨਾਂ ਕੋਲ, ਪੜ੍ਹਾਈ ਬਹੁਤ ਹੈ, ਪਰ ਪੰਜਾਬ ਦੇ ਲੋਕਾਂ ਨੂੰ ਨਹੀਂ ਦੇਣੀਆਂ ਇਹ ਨੌਕਰੀਆਂ। ਦੇਣੀਆਂ ਕਿਹਨੂੰ ਹੈ? ਬਾਹਰ ਦਿਆਂ ਨੂੰ। ਤੇ ਸਿਸਟਮ ਤਾਂ ਹੀ ਤੇ ਮਾੜਾ ਚੱਲ ਰਿਹਾ ਹੈ, ਤਾਂ ਹੀ ਤੇ ਇਹ ਹਾਲਾਤ ਹੋ ਗਏ ਨੇ। ਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਸਾਰਿਆਂ ਤੇ ਕਿਰਪਾ ਕਰਨ। ਅਸੀਂ ਬੱਚਿਆਂ ਨੂੰ ਦਾਸ ਤੋਂ ਜਾਣੀ ਕਿ ਵਿਚਾਰ ਦੇ ਮਾਧਿਅਮ ਰਾਹੀਂ ਕਹਿੰਦਾ ਹੈ ਕਿ ਸਾਰਿਆਂ ਨੂੰ ਆਪ ਸਿਖਾਈਏ, ਇਹ ਸਿੱਖਣ ਬੱਚੇ। ਸਾਡੇ ਗੁਰੂ ਸਾਹਿਬਾਨਾਂ ਦਾ ਨਹੀਂ ਪਤਾ ਬੱਚਿਆਂ ਨੂੰ, ਸਾਡੇ ਗੁਰੂ ਸਾਹਿਬਾਨਾਂ ਨੂੰ ਤੇ ਸਾਡੇ ਮਾਫ ਕਰਨਾ, ਸਾਡੇ ਬੱਚਿਆਂ ਨੂੰ ਤਾਂ ਗੁਰੂ ਸਾਹਿਬਾਨਾਂ ਬਾਰੇ ਨਹੀਂ ਪਤਾ ਵੀ ਗੁਰੂ ਸਾਹਿਬ ਕਿੰਨੇ ਨੇ, ਸਾਡਾ ਉਪਦੇਸ਼ ਗੁਰੂ ਕਿਹੜਾ, ਸਾਡਾ ਅੱਜ ਗੁਰੂ ਕਿਹੜਾ, ਜਿਹਨੂੰ ਮਰਜ਼ੀ ਪੁੱਛ ਲਓ। ਤੇ ਦੁਨੀਆ ਦੇ ਕੰਜਰ ਐਕਟਰ ਸਾਰੀ ਦੁਨੀਆ ਤੋਂ ਪੁੱਛ ਕੇ, ਬੱਚੇ ਜੰਮਦੇ ਤੋਂ ਪੁੱਛ ਕੇ ਵੇਲੋ, ਕਿਉਂਕਿ ਉਹ ਜੰਮਦਾ ਹੀ ਮੋਬਾਈਲ ਫੜਦਾ ਤੇ ਮੋਬਾਈਲ ਦੇ ਵਿੱਚ ਸਾਰਾ ਕੁਝ ਆਉਂਦਾ ਹੈ। ਇਸ ਕਰਕੇ ਗੁਰਮੁਖ ਪਿਆਰੋ, ਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਸਾਰਿਆਂ ਤੇ ਕਿਰਪਾ ਕਰਨ, ਸਾਨੂੰ ਇਹ ਸਮਝ ਆ ਜਾਵੇ, ਸਾਡੀ ਸਮਝ ਵਿੱਚ ਪੈ ਜਾਵੇ, ਸਾਡਾ ਜੀਵਨ ਸੋਹਣਾ ਬਣ ਜਾਵੇ। ਗੁਰਬਾਣੀ ਨਾਲ ਜੁੜਿਆ ਕਰੀਏ, ਆਪ ਵੀ ਜੁੜੀਏ, ਆਪਣੇ ਬੱਚਿਆਂ ਨੂੰ ਵੀ ਜੋੜੀਏ। ਪਰਮਾਤਮਾ ਸਾਡੇ ਤੇ ਕਿਰਪਾ ਕਰੇ। ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਿਆ ਕਰੇ ਕਿ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਦੀ ਸਮਝ ਆ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਾਡਾ ਜੀਵਨ ਸੋਹਣਾ ਬਣ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ, ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ त्रुटियां ਰਹਿ ਜਾਇਆ ਕਰਦੀਆਂ, ਕਿਉਂਕਿ ਗੁਰੂ ਗਿਆਨ ਦੇ ਬੱਚੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਤੇ